ਅਕਾਲ। 10 ਵਚਨ ਪੜ੍ਹਦੀ ਹੈ ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ। ਆਮੀਨ ਹਾਲੇਲੂਇਆ। ਸੋ ਅਕਸਰ ਮੈਂ ਦੇਖ ਰਿਹਾ ਸੀ ਜਦੋਂ ਵੀ ਖੁਦਾ ਮੈਨੂੰ ਇਸ ਕਲੀਸਿਆ ਦੇ ਵਿੱਚ ਲੈ ਕੇ ਆਇਆ ਤਾਂ ਜ਼ਿਆਦਾਤਰ ਪਰਮੇਸ਼ਵਰ ਨੇ ਮੈਨੂੰ ਇਸਤੇਮਾਲ ਕੀਤਾ ਮੰਗਣ ਦੇ ਬਾਰੇ। ਕਿਹਦੇ ਬਾਰੇ? ਮੰਗਣ ਦੇ ਬਾਰੇ, ਯਾਨੀ ਕਿ ਦੁਆਵਾਂ ਦੇ ਬਾਰੇ, ਪ੍ਰਾਰਥਨਾ ਦੇ ਬਾਰੇ, ਕਿ ਅਸੀਂ ਪ੍ਰਾਰਥਨਾ ਕਰਦੇ ਰਹੀਏ, ਪ੍ਰਾਰਥਨਾ ਦੇ ਵਿੱਚ ਲੱਗੇ ਰਹੀਏ। ਔਰ ਅੱਜ ਵੀ ਮੇਰਾ ਟੌਪਿਕ ਹੋਰ ਸੀ, ਖੁਦਾ ਨੇ ਚੇਂਜ ਕਰਕੇ ਉਸੇ ਟੌਪਿਕ ਦੇ ਉੱਤੇ ਮੈਨੂੰ ਅੱਜ ਲਿਆਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਔਰ ਖੁਦਾ ਦੇ ਦਾਸ ਵੀ ਪ੍ਰਭੂ ਦੀ ਬਾਣੀ ਦੇ ਵਿੱਚੋਂ ਦੱਸ ਰਹੇ ਸੀ ਕਿ ਅਸੀਂ ਚੁੱਪਚਾਪ, ਬੋਲੋ ਚੁੱਪਚਾਪ, ਸਾਰੇ ਬੋਲੋ ਚੁੱਪਚਾਪ ਨਹੀਂ ਬੈਠਣਾ। ਹੁਣ ਐਵੇਂ ਨਾ ਹੋਵੇ ਕਿਤੇ ਘਰੇ ਜਾਵੋ ਤੇ ਘਰੇ ਜਾ ਕੇ ਜੀ ਜਿਉਂ ਬੈਠੋ ਗੱਲਾਂ ਕਰਨ, ਜਿਉਂ ਗੱਲਾਂ ਮਾਰੀ ਜਾਵੋ ਰਾਤ ਹੋ ਜੇ। ਪਾਸਟਰ ਜੀ ਨੇ ਕਿਹਾ ਸੀ ਕੋਈ ਚੁੱਪਚਾਪ ਨਹੀਂ ਬੈਠਣਾ, ਵੀ ਗੱਲਾਂ ਕਰਨੀਆਂ ਨੇ ਭਾਈ, ਹੈਨਾ। ਹਾਲੇਲੂਇਆ ਹਾਲੇਲੂਇਆ। ਯਾਨੀ ਕਿ ਅਸੀਂ ਚੁੱਪਚਾਪ ਨਹੀਂ ਬੈਠਣਾ, ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ, ਖੁਦਾ ਦੇ ਵਚਨ ਦੇ ਵਿੱਚ ਬਣੇ ਰਹਿਣਾ, ਸੰਗਤੀ ਦੇ ਵਿੱਚ ਬਣੇ ਰਹਿਣਾ, ਉਸ ਖੁਦਾ ਦੇ ਮੇਲ ਮਿਲਾਪ ਦੇ ਵਿੱਚ, ਉਸ ਦੇ ਪਿਆਰ ਦੇ ਵਿੱਚ ਅਸੀਂ ਬਣੇ ਰਹਿਣਾਗਾ। ਹਾਲੇਲੂਇਆ। ਔਰ ਇੱਥੇ ਵੀ ਅਸੀਂ ਪ੍ਰਭੂ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਵਚਨ ਦੇ ਵਿੱਚ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ। ਔਰ ਇਹ ਵੀ ਲਿਖਿਆ ਕਿ ਮੰਗਣ ਵਾਲਾ ਪਾ ਲੈਂਦਾ ਹੈ। ਔਰ ਅਗਰ ਤੁਸੀਂ ਚੁੱਪਚਾਪ ਨਹੀਂ ਬੈਠੋਗੇ, ਜਦੋਂ ਤੁਸੀਂ ਉਸ ਖੁਦਾ ਦੇ ਅੱਗੇ ਬੋਲੋਗੇ, ਜਦੋਂ ਉਸ ਖੁਦਾ ਦੇ ਕੋਲੋਂ ਮੰਗੋਗੇ ਤੇ ਉਹ ਪਰਮੇਸ਼ਵਰ ਤੁਹਾਨੂੰ ਦੇਵੇਗਾ। ਹਾਲੇਲੂਇਆ। ਉਹ ਖੁਦਾ ਸਾਨੂੰ ਦੇਵੇਗਾ। ਆइए ਇੱਕ ਵਚਨ ਹੋਰ ਅਸੀਂ ਪੜਾਂਗੇ, ਜ਼ਬੂਰਾਂ ਦੀ ਕਿਤਾਬ, ਜ਼ਬੂਰਾਂ ਦੀ ਪੋਥੀ, ਉਹਦਾ 120 ਅਧਿਆਇ, 119 ਅਧਿਆਇ, ਉਹਦੇ 169 ਵਚਨ ਨੂੰ ਅਸੀਂ ਪੜਾਂਗੇ। ਮੇਰੀ ਪੁਕਾਰ हे ਯਹੋਵਾ ਤੇਰੇ ਹਜ਼ੂਰ ਪਹੁੰਚੇ, ਤੂੰ ਆਪਣੇ ਵਚਨ ਅਨੁਸਾਰ ਮੈਨੂੰ ਸਮਝ ਦੇ। ਇਹ ਵੀ ਪੜ੍ਹਦੀ ਹੈ। ਮੇਰੀ ਅਰਜ਼ੋਈ ਤੇਰੇ ਹਜ਼ੂਰ ਆਵੇ, ਤੂੰ ਆਪਣੇ ਵਚਨ ਅਨੁਸਾਰ ਮੈਨੂੰ ਛੁਡਾ। आमीन। आइए हिंदी से भी पढ़ेंगे एक बार। हे यहोवा हाँ जी। मेरी दुहाई तुझ तक पहुंचे। और लिखिया दाऊद खुदा दा दास लिखता, दाऊद पातशाह लिखता, कहता हे परमेश्वर, हे यहोवा, हे खुदा, मेरी दुहाई तेरे तक पहुंचे, मेरी दुहाई तेरे तक पहुंचे। ਉੱਥੇ ਅਸੀਂ ਪੜ੍ਹ ਰਹੇ ਸੀ, ਪ੍ਰਭੂ ਕਹਿੰਦਾ ਮੰਗੋ ਤੁਹਾਨੂੰ ਦਿੱਤਾ ਜਾਏਗਾ, ਔਰ ਪ੍ਰਭੂ ਕਹਿੰਦਾ ਮੰਗਣ ਵਾਲਾ ਪਾ ਲੈਂਦਾ ਹੈ। ਔਰ ਇੱਥੇ ਖੁਦਾ ਦਾ ਦਾਸ ਕਹਿੰਦਾ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ। ਅਕਸਰ ਅਸੀਂ ਦੇਖਦੇ ਹਾਂ ਕਈ ਵਾਰ ਬੜੀਆਂ ਦੁਆਵਾਂ ਕਰਦੇ ਹਾਂ, ਬੜੀਆਂ ਪ੍ਰਾਰਥਨਾ ਕਰਦੇ ਹਾਂ, ਸਾਡੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ, ਸਾਡੀ ਅਰਜ਼ੋਈ ਸੁਣੀ ਨਹੀਂ ਜਾਂਦੀ, ਸਾਡੀ ਦੁਹਾਈ ਸੁਣੀ ਨਹੀਂ ਜਾਂਦੀ। ਕਾਫੀ ਸਮਾਂ ਹੋ ਗਿਆ ਕਿਸੇ ਵਿਸ਼ੇ ਨੂੰ ਲੈ ਕੇ ਦੁਆ ਕਰ ਰਹੇ ਹਾਂ, ਪਰ ਸਾਡਾ ਉਹ ਵਿਸ਼ਾ ਉੱਥੇ ਦਾ ਉੱਥੇ ਹੀ ਰੁਕਿਆ ਹੋਇਆ ਹੈ। ਯਾਨੀ ਕਿ ਇਹ ਸੱਚਾਈ ਹੈ ਕਿ ਕਈ ਵਾਰ ਸਾਡੀਆਂ ਪ੍ਰਾਰਥਨਾਵਾਂ ਉਸ ਖੁਦਾ ਤੱਕ, ਬੇਸ਼ੱਕ ਪ੍ਰਭੂ ਨੇ ਕਿਹਾ, ਕਹਿੰਦਾ ਮੇਰੀਆਂ ਅੱਖਾਂ ਤੁਹਾਡੇ ਵੱਲ ਲੱਗੀਆਂ ਰਹਿੰਦੀਆਂ। ਔਰ ਪ੍ਰਭੂ ਇਹ ਵੀ ਕਹਿ ਰਿਹਾ ਮੰਗੋ ਤੁਹਾਨੂੰ ਦਿੱਤਾ ਜਾਏਗਾ, ਮੰਗਣ ਵਾਲਾ ਪਾ ਲੈਂਦਾ। ਔਰ ਇਹ ਵੀ ਕਹਿੰਦਾ ਮੇਰੀ ਅੱਖਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ, ਮੇਰੇ ਕੰਨ ਤੁਹਾਡੀਆਂ ਦੁਹਾਈਆਂ ਨੂੰ ਸੁਣਦੇ ਨੇ। ਔਰ ਇੱਥੇ ਪ੍ਰਭੂ ਦਾ ਦਾਸ ਕਹਿੰਦਾ ਮੇਰੀ ਦੁਹਾਈ ਤੇਰੇ ਤੱਕ ਪਹੁੰਚੀ। ਪ੍ਰਭੂ ਦਾ ਕਹਿ ਰਿਹਾ ਮੈਂ ਤੁਹਾਡੀ ਦੁਆ ਨੂੰ ਸੁਣ ਦਾਂਗਾ, ਔਰ ਇੱਥੇ ਕਹਿ ਰਿਹਾ ਪਹੁੰਚੀ, ਯਾਨੀ ਕਿ ਇਸ ਦਾ ਮਤਲਬ ਕਿਤੇ ਨਾ ਕਿਤੇ ਸਾਡੀਆਂ ਦੁਆਵਾਂ ਕਈ ਵਾਰ ਰੁਕ ਵੀ ਜਾਂਦੀਆਂ ਨੇ, ਕਈ ਵਾਰ ਸਾਨੂੰ ਉੱਤਰ ਨਹੀਂ ਮਿਲਦਾ। ਰੀਜ਼ਨ ਕੀ ਹੈ, ਕਾਰਨ ਕੀ ਹੈ, ਕਿਉਂ ਹੈਗਾ? ਕਿਉਂਕਿ ਕਈ ਵਾਰ ਕੀ ਹੁੰਦਾ, ਅਸੀਂ ਬੋਲਦੇ ਆ, ਥੋੜਾ ਜਿਹਾ ਬੋਲ ਕੇ ਕੀ ਕਰ ਜੰਨੇ ਆ, ਚੁੱਪ ਕਰ ਜਾਂਦੇ। ਥੋੜਾ ਬੋਲਿਆ ਚੁੱਪ ਕਰ ਗਏ। ਇੱਕ ਦਿਨ ਪ੍ਰਾਰਥਨਾ ਕੀਤੀ, 2 ਦਿਨ ਕੀ ਕਰ ਗਏ, ਚੁੱਪ ਕਰ ਗਏ। ਜਾਂ 2 ਦਿਨ ਪ੍ਰਾਰਥਨਾ ਕੀਤੀ, 4 ਦਿਨ ਚੁੱਪ ਕਰ ਗਏ। ਇੱਕ ਦਿਨ ਵਚਨ ਪੜਿਆ, 4 ਦਿਨ ਕੀ ਹੋ ਗਿਆ, ਚਲੋ ਜੀ ਅੱਜ ਵਚਨ ਪੜਦਾ, ਹੁਣ 4 ਦਿਨ ਸਾਨੂੰ ਲੋੜ। ਹਾਲੇਲੂਇਆ। ਪਰ ਪ੍ਰਭੂ ਨੇ ਕੀ ਕਿਹਾ, ਚੁੱਪਚਾਪ ਨਹੀਂ ਬੈਠਣਾ। ਹਾਲੇਲੂਇਆ। ਚੁੱਪਚਾਪ नहीं बैठना। जो ਅਸੀਂ चुपचाप नहीं बैठांगे, खुदा दी कोलों लगातार कंटिन्यू वचन च लिखिया, प्रभु कहता निरंतर प्रार्थना करते रहो, लगातार प्रार्थना करते रहो। खुदा ने नहीं क्या एक दिन प्रार्थना करो, ठीक है, हफ्ता भर लोड़ नहीं, एक दिन वचन पढ़ लो, हफ्ता भर लोड़ नहीं, पर लिखिया कि निरंतर लगातार करनी पड़ेगी। लगातार उस खुदा दे नाल बोलना पएगा, उस परमेश्वर दे नाल गलबात करनी पवेगी। हालेलुया। मान के चलो साडा परिवार है, और मेरे भी खुदा ने मैनू 3 बेटियां दित्तियां ने,
ਔਰ ਅੱਛੀ ਜੀਵਨ ਸਾਥੀ ਦਿੱਤੀ ਆ, ਖੁਦਾ ਦਾ ਸ਼ੁਕਰ ਕਰਦੇ ਆ। ਮੰਨ ਕੇ ਚੱਲੋ ਮੇਰੇ ਬੱਚੇ ਨੇਗੇ ਔਰ 2 ਦਿਨ ਮੇਰੇ ਨਾਲ ਗੱਲ ਨਾ ਕਰਨ, ਮੈਨੂੰ ਕਿੱਦਾਂ ਲੱਗੇਗਾ? ਚਲੋ ਤੁਹਾਡੇ ਤੇ ਲਿਆਉਂਦੇ ਆ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਤੁਹਾਡੇ ਨਾਲ ਗੱਲ ਨਾ ਕਰਨ, 2 ਦਿਨ ਛੱਡੋ 1 ਦਿਨ ਗੱਲ ਨਾ ਕਰਨ, ਤੁਹਾਨੂੰ ਕਿੱਦਾਂ ਲੱਗੇਗਾ? ਬੜਾ ਵਧੀਆ ਲੱਗੇਗਾ, ਬਹੁਤ ਸੋਹਣਾ ਲੱਗੇਗਾ। ਬੱਚੇ ਗੱਲ ਨਹੀਂ ਕਰਦੇ, ਚੰਗਾ ਲੱਗੇਗਾ? ਕਿਉਂ ਨਹੀਂ ਲੱਗੇਗਾ ਬਈ? ਬੋਲੋ ਬੋਲੋ। ਚੁੱਪਚਾਪ ਰਹਿਣ, ਗੱਲ ਨਾ ਕਰਨ, ਚੰਗਾ ਲੱਗੇਗਾ? ਬੋਲਦੇ ਨਹੀਂ ਫਿਰ। ਬੋਲੋ, ਚੰਗਾ ਲੱਗੇਗਾ? ਨਹੀਂ ਲੱਗੇਗਾ। ਫਿਰ ਜਦੋਂ ਤੁਸੀਂ ਉਸ ਖੁਦਾ ਦੇ ਨਾਲ ਬੋਲੋਗੇ ਨਹੀਂ, ਗੱਲਬਾਤ ਨਹੀਂ ਕਰੋਗੇ, ਚੁੱਪਚਾਪ ਬੈਠੇ ਰਹੋਗੇ, ਖੁਦਾ ਨੂੰ ਕਿੱਦਾਂ ਲੱਗੇਗਾ? ਹਾਲੇਲੂਇਆ। ਅਸੀਂ ਉਸ ਖੁਦਾ ਦੇ ਕੀ ਆ? ਬੱਚੇ ਆ। ਉਹ ਸਾਡਾ ਪਿਓ ਹੈ, ਸਾਡਾ ਬਾਪ ਹੈ। ਜਦੋਂ ਅਸੀਂ ਉਸ ਖੁਦਾ ਦੇ ਨਾਲ ਗੱਲਬਾਤ ਨਹੀਂ ਕਰਾਂਗੇ ਤੇ ਉਸ ਖੁਦਾ ਨੂੰ ਵੀ ਚੰਗਾ ਨਹੀਂ ਲੱਗਦਾ ਵੀ ਮੇਰੇ ਬੱਚੇ ਮੇਰੇ ਨਾਲ ਗੱਲਬਾਤ ਬੋਲੋ ਨਹੀਂ ਕਰਦੇ। ਹਾਲੇਲੂਇਆ। ਅਗਰ ਸਾਨੂੰ ਫੀਲ ਹੁੰਦਾ ਕਿ ਉਸ ਖੁਦਾ ਨੂੰ ਵੀ ਫੀਲ ਹੁੰਦਾ, ਸਾਨੂੰ ਚੰਗਾ ਨਹੀਂ ਲੱਗਦਾ, ਉਸ ਖੁਦਾ ਨੂੰ ਵੀ ਚੰਗਾ ਨਹੀਂ ਲੱਗਦਾ। ਕਿਉਂ? ਕਿਉਂਕਿ ਅਸੀਂ ਉਸੇ ਦੇ ਸਰੂਪ ਦੇ ਉੱਤੇ ਹੀ ਬਣਾਏ ਗਏ ਆਂਗੇ। ਹਾਲੇਲੂਇਆ ਹਾਲੇਲੂਇਆ। ਇੱਥੇ ਦਾਊਦ ਕਹਿ ਰਿਹਾ, ਕਹਿੰਦਾ ਪਰਮੇਸ਼ਵਰ ਮੇਰੀ ਦੁਹਾਈ तेरे तक पहुंचे। और आगे के लिखा, तू अपने वचन के अनुसार मुझे समझ दे। कहता अपने वचन के अनुसार, अपने कलाम के अनुसार मैनू की दे, समझ दे प्रभु। मैं प्रार्थना करा, दुआ करा और जो मैं तेरे नाल बोलना ते तू मेरी की कर रहा आवाज नू सुन ले, उसका उत्तर दे दे। और आगे लिखा, मेरा गिड़गिड़ाना तुझ तक पहुंचे। कई बार बड़ा गिड़गिड़ाउने, बड़ा रोने, बड़े तरले करदे, घुटने टेक के दुआवां करदे, पर साडी प्रार्थना अनसुनी हो जाती, उस खुदा दे तक पहुंचदी ही नहीं। कहता प्रभु मेरा गिड़गिड़ाना भी तेरे तक पहुंचे, तू अपने वचन के अनुसार मुझे छुड़ा ले। प्रभु जिस स्थिति दे विच आ, मैं जिस दुख विच आ, जिस संकट विच आ, जिस परेशानी दे विच, बीमारी दे विच आ, मैनू तू की कर ले प्रभु, छुड़ा ले। हालेलुया हालेलुया। मैं तुहानू 2 कारण दसांगा क्यों साडी दुआ सुनी नहीं जाती, क्यों साडी प्रार्थना दे उत्ते स्टॉप लग जांदा, जां क्यों साडी दुआई उस खुदा तक नहीं पहुंचदी, जां क्यों उस परमेश्वर तक साडियां प्रार्थनावां नहीं पहुंचदियां जिहदा सानू उत्तर नहीं मिलदा। हालेलुया हालेलुया। पहला कारण है साडी जिंदगी दे विच कई बार असीं किसे कमी नू लेके बैठे हुंदे आ, कई बार किसे पाप नू, किसे गुनाह, किसे बदी नू लेके बैठे हुंदे आ, कई बार किसी के प्रति कुछ नफरत नू लेके बैठे होंगे और इधर बड़े दुआवां करदे, हाथ घुटने टेक टेक के, हाथ उठा उठा के और उस खुदा दे अगे रो रो के दुआवां कर दियांगे। वो साडी दुआ उस खुदा तक पहुंचदी नहीं। वो साडा गिड़गिड़ाउना, साडा घुटने टेकना, साडा दुहाइयां देना उस खुदा तक पहुंचदा नहीं। क्यों नहीं पहुंचदा? क्योंकि अंदर की लेके बैठे हैं, किसी दे प्रति नफरत खार लेके बैठे हैं। क्योंकि वचन च लिखा, प्रभु ने तो प्यार करने वाले क्या है ना, सबना नाल की करो, प्यार करो। हालेलुया। कई बार कुछ गलती गुनाह नू लेके बैठे हैं। अजकल दी नौजवान पीढ़ी बड़ा पाप दे विच, गुनाह दे विच फसी हुई है। मन के चलो किसी गुनाह नू लेके बैठे हैं और चर्च दे विच बड़े पवित्र नजर आने, चर्च दे विच बड़ा वधिया लगदा है ना, देखण वाला कहता या वाह यार आ भरा भैन बहुत वधिया दुआ करदा, ਇਹਦਾ बहुत वधिया आराधना करदा, ਇਹਦਾ बहुत वधिया ऐसा करदा। हालेलुया हालेलुया। ਜਦੋਂ ਅਸੀਂ ਕਿਸੇ ਕਮੀ ਨੂੰ ਲੈ ਕੇ ਖੁਦਾ ਦੇ ਕਦਮਾਂ ਦੇ ਵਿੱਚ ਆਵਾਂਗੇ ਤੇ ਯਾਦ ਰੱਖਣਾ ਸਾਡੀ ਦੁਆ ਅਨਸੁਣੀ ਹੋ ਜਾਏਗੀ। ਹਾਲੇਲੂਇਆ ਹਾਲੇਲੂਇਆ। ਇੱਕ ਕਾਰਨ ਇਹ ਹੈ ਕਿ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਦੇ ਵਿੱਚ ਕੋਈ ਕਮੀ ਹੋਏਗੀ, ਪਰ ਮੈਂ ਤੁਹਾਨੂੰ ਇੱਕ ਕਾਰਨ ਦੱਸ ਰਿਹਾ, ਰੀਜ਼ਨ ਦੱਸ ਰਿਹਾ ਜਿਹਦੇ ਕਰਕੇ ਸਾਡੀ ਦੁਆ ਕੀ ਹੋ ਜਾਂਦੀ ਆ, ਰੁਕ ਜਾਂਦੀ ਹੈ। ਹਾਲੇਲੂਇਆ। ਸ਼ੈਤਾਨ ਬਹੁਤ ਤੀਰ ਚਲਾਉਂਦਾ ਗਾ, ਬਹੁਤ ਸ਼ੈਤਾਨ ਰੋਕਣ ਦੀ ਕੋਸ਼ਿਸ਼ ਕਰਦਾ ਕਿ ਤੁਹਾਡੀ ਦੁਆ ਉਸ ਖੁਦਾ ਤੱਕ ना पहुंचे। दानियल ने परमेश्वर देके दुहाई दी, परमेश्वर देके प्रार्थना की और काफी समय तक उसकी दुआ का उत्तर नहीं आया। ऊपर स्वर्गदूत भेजता खुदा ने भी, जा तू की कर, दुआ का उत्तर लेके जा। और जदों स्वर्गदूत उत्तर लेके आ रहा सी ते शैतान दे नाल उत्थे की होया, युद्ध होया। की होया बोलो? शैतान दे नाल युद्ध होया। शैतान ने बड़ा रोकिया दुआ दा उत्तर ना मिल सके। शैतान बड़ा रोकेगा कि तुहाडी दुआ खुदा तक पहुंच ही ना सके।
ਪੁੱਤਰ ਆਣਾ ਦਾ ਦੂਰ ਦੀ ਗੱਲ, ਤੁਹਾਡੀ ਦੁਆ ਹੀ ਨਾ ਪਹੁੰਚੀ ਉਸ ਖੁਦਾ ਤੱਕ। ਹਾਲੇਲੂਇਆ। ਇਸ ਕਰਕੇ ਆਪਣੀ ਜ਼ਿੰਦਗੀ ਚੋਂ ਆਪਣੇ ਸਰੀਰ ਦੇ ਵਿੱਚੋਂ ਹਰ ਗਲਤੀ, ਗੁਨਾਹ, ਹਰ ਕਮੀ ਨੂੰ ਕੀ ਕਰਨਾ, ਦੂਰ ਕਰਕੇ ਉਸ ਖੁਦਾ ਦੇ ਅੱਗੇ ਬੈਠਣਾ, ਉਸ ਖੁਦਾ ਦੇ ਕੋਲੋਂ ਮੰਗਣਾਗਾ, ਚੁੱਪਚਾਪ ਨਹੀਂ ਰਹਿਣਾ। ਫਿਰ ਤੁਹਾਡੇ ਘੁਟਨੇ ਟੇਕੇ ਤੁਹਾਡਾ ਗਿੜਗਿੜਾਣਾ ਉਸ ਖੁਦਾ ਤੱਕ ਪਹੁੰਚੇਗਾ। ਹਾਲੇਲੂਇਆ, ਹਾਲੇਲੂਇਆ। ਫਿਰ ਜਦੋਂ ਉਸ ਖੁਦਾ ਨੂੰ ਪੁਕਾਰਾਂਗੇ ਤੇ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਸੁਣੇਗਾ। ਆਈ ਅਸੀਂ ਲੋਕਾਂ ਦੀ ਜੇਲ੍ਹ ਦੇ ਵਿੱਚ ਵਾਪਸ ਜਾਵਾਂਗੇ। ਔਰ ਅਸੀਂ 11 ਦਾ 5 ਵਚਨ ਵੀ ਪੜਾਂਗੇ। ਇੱਕ ਕਾਰਨ ਮੈਂ ਤੁਹਾਨੂੰ ਦੱਸਿਆ, ਹੋ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਹੁੰਦੀ ਆ, ਔਰ ਦੂਸਰਾ ਕਾਰਨ ਆਈ ਅਸੀਂ ਵਚਨ ਦੇ ਦੁਆਰਾ ਦੇਖਦੇ ਹਾਂ। ਦੂਸਰਾ ਕਾਰਨ ਕੀ ਹੈ? ਹਾਂਜੀ ਪੜਾਂਗੇ ਅਸੀਂ 11 ਦਾ 5 वचन पढ़िए। तब उसने उनसे कहा, तुझमें से कौन है कि उसका एक मित्र हो हाँ जी, और वह आधी रात को उसके पास जाकर उससे कहे, हाँ जी, हे मित्र, मुझे 3 रोटियां दे, हाँ जी, क्योंकि एक यात्री मित्र मेरे पास आया है हाँ जी, और उसके आगे रखने के लिए मेरे पास कुछ नहीं है। ਹਾਲੇਲੂਇਆ। ਸੋ ਧਿਆਨ ਦੇ ਨਾਲ ਸੁਣਨਾ, ਇੱਥੇ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਕਿ ਤੁਹਾਡੇ ਵਿੱਚੋਂ ਐਸਾ ਇਨਸਾਨ ਕਿਹੜਾਗਾ ਕਿ ਅਗਰ ਅੱਧੀ ਰਾਤ ਨੂੰ ਤੁਹਾਡਾ ਕੋਈ ਮਿੱਤਰ ਆ ਜਾਵੇ, ਤੁਹਾਡਾ ਕੋਈ ਦੋਸਤ ਆ ਜਾਵੇ, ਤੁਹਾਡਾ ਕੋਈ ਰਿਸ਼ਤੇਦਾਰ ਆ ਜਾਵੇ ਔਰ ਤੁਹਾਡੇ ਕੋਲ ਘਰ ਦੇ ਵਿੱਚ ਉਸ ਨੂੰ ਦੇਣ ਦੇ ਲਈ ਕੁਝ ਨਾ ਹੋਵੇ, ਰੋਟੀ ਖਵਾਉਣ ਦੇ ਲਈ ਆਟਾ ਵੀ ਨਾ ਹੋਵੇ, ਔਰ ਤੁਸੀਂ ਆਪਣੇ ਕਿਸੇ ਮਿੱਤਰ ਦੇ ਘਰ ਚਲੇ ਜਾਵੋ ਔਰ ਉੱਥੇ ਜਾ ਕੇ ਉਹਨਾਂ ਦਾ ਗੇਟ ਖੜਕਾਵੋ। ਅੱਧੀ ਰਾਤ ਦਾ ਸਮਾਂ ਹੋਵੇ, ਠੰਡ ਦਾ ਸਮਾਂ ਹੋਵੇ, ਅੱਧੀ ਰਾਤ ਨੂੰ ਜਾ ਕੇ ਗੇਟ ਖੜਕਾਵੋ। ਹਾਂਜੀ ਗੇਟ ਖੋਲੋ, ਮੇਰੇ ਦੋਸਤ ਗੇਟ ਖੋਲ, ਮੇਰਾ ਇੱਕ ਹੋਰ ਮਿੱਤਰ ਆਇਆ, ਮੇਰਾ ਰਿਸ਼ਤੇਦਾਰ ਆਇਆਗਾ, ਉਹ ਬੜਾ ਪੈਂਡਾ ਕਰਕੇ ਮੇਰੇ ਕੋਲ ਆਇਆ, ਦੂਰ ਤੋਂ ਮੇਰੇ ਕੋਲ ਆਇਆ, ਅੱਧੀ ਰਾਤ ਦਾ ਸਮਾਂ, ਔਰ ਮੇਰੇ ਕੋਲ ਉਸ ਨੂੰ ਦੇਣ ਦੇ ਲਈ ਰੋਟੀ ਨਹੀਂ ਹੈਗੀ, ਮੇਰੇ ਕੋਲ ਦੇਣ ਦੇ ਲਈ ਰੋਟੀ ਨਹੀਂ ਹੈ, ਕਿਰਪਾ ਕਰਕੇ ਮੈਨੂੰ ਉਸ ਦੇ ਖਾਣ ਦੇ ਲਈ ਕੁਝ ਰੋਟੀਆਂ दे दो। पढ़ाएंगे बच्चों लोग। हाँ जी। तब उसने उनसे कहा, तुम में से कौन है कि उसका एक मित्र हो, हाँ जी, और वह आधी रात को उसके पास जाकर उनसे कहे, हे मित्र, मुझे 3 रोटियां दे, और आधी रात को जाके कहे मेरे दोस्त, मेरे मित्र मैंने 3 रोटियां दे दे, मेरा एक और मित्र आयागा, मैं उसनु की करनी है, रोटी खवानी है। आगे पढ़ागे। क्योंकि एक यात्री मित्र मेरे पास आया है, हाँ जी, और उसके आगे रखने के लिए मेरे पास कुछ नहीं है। और मेरा एक मित्र दूर दा पैंडा करके मेरे कोल आया और उस दे के रखन दे लिए मेरे कोल कुछ नहीं है। आगे बढ़ांगे। और वह भीतर से उत्तर दे, हाँ जी, मुझे दुख ना दे, हाँ जी, अब तो द्वार बंद है, हाँ जी, और मेरे बालक मेरे पास बिछोने पर हैं, हाँ जी, इसीलिए मैं उठकर तुझे दे नहीं सकता। और ऐसी गेट खड़का रहा, बड़ा गेट खड़का रहा, मेरे मित्र, मेरे दोस्त, मेरा मित्र आया, मैनू रोटियां दे दे, मैं ओदे अगे रोटी रखनी आ। और अगो आवाज आवे, ठंड दा टाइम आ, भाई उठिया नहीं जांदा है ना, अगो आवाज आंदी आ, भाई सवेरे आई, हुण नहीं मैं दे सकदा, मैं तो सुता पिया, सवेरे आ जी भाई, मैं तो ठंड लगदी आ, मैं नहीं दे सकदा। वो बड़े टाल मटोल कर रहा, बड़े बहाने ला रहा, क्योंकि ठंड दे विच उठना की आ बड़ा औखा। मन के चलो हो सकता गर्मी का समा होवे, एसी दे विच सुता पिया होवे ते बाहर गर्मियां उठ के जाना, बड़ा नींद आ रही है, बड़ा औखा, बड़े टाल मटोल कर रहा, बड़ा कह रहा तू चला जा, सवेरे आ जी, फिर दे दो, मैं दे नहीं सकता, मैं उठ नहीं सकता, मैं अपने बच्चियों के नाल पिया, मैं बड़े टाल मटोल कर रहा, बड़े बहाने लगा रहा। आगे बढ़ांगे वचन नूं। मैं तुमसे कहता हूँ, हाँ जी, यदि उसका मित्र होने पर भी उसे उठकर ना दे। और लिखिया वचन दे विच, खुदा दे वचन दे विच लिखिया, प्रभु दसदा कि बेशक ओदा एक दोस्त होने दे नाते, ओदा एक मित्र होने दे नाते उस नु उठ के रोटियां ना देवे, टाल मटोल करे, बहाने लावे, कुछ ना कुछ कवे। आगे बढ़ा के वचन नु। तो भी उसकी लज्जा छोड़ मांगने के कारण उसे जितनी आवश्यकता हो उतनी उठकर देगा। आमीन, हालेलुया। कहंदा गेट खड़काई जा रहा, मिन्नतां करी जा रहा, तरले करी जा रहा, गिड़गिड़ाई जा रहा, दे 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 दे, चाहिदा। अगो ओ नहीं, मैं दे नहीं सकता, ओए मैं उठ नहीं सकता, ओए रात हो रही है, ओए ठंड है, गर्मी है, बड़े बहाने ला रहा, बड़े कुछ कर रहा। वचन दे विच लिखिया, बेशक ओदा दोस्त होने दे नाते उठ के ओनू रोटियां ना देवे,
ਉਹਦਾ ਦੋਸਤ ਹੋਣ ਦੇ ਨਾਤੇ ਉਹਦੇ ਲਈ ਨਾ ਕਰੇ, ਪਰ ਲਿਖਿਆ ਜਦੋਂ ਉਹ ਬਾਰ-ਬਾਰ ਖਟਖਟਾਈ ਜਾ ਰਿਹਾ, ਬਾਰ-ਬਾਰ ਪਰੇਸ਼ਾਨ ਕਰੀ ਜਾ ਰਿਹਾ, ਬਾਰ-ਬਾਰ ਤੰਗ ਕਰੀ ਜਾ ਰਿਹਾ, ਜਦੋਂ ਢੀਠ ਹੋ ਕੇ ਖੜਾ ਹੋ ਗਿਆ ਤੇ ਲਿਖਿਆ ਫਿਰ ਉਸ ਨੂੰ ਉੱਠ ਕੇ ਰੋਟੀਆਂ ਦੇਣੀਆਂ ਹੀ ਪੈਣਗੀਆਂ, ਉਸ ਦੀ ਜ਼ਰੂਰਤ ਪੂਰੀ ਕਰਨੀ ਹੀ ਪਵੇਗੀ। ਹਾਲੇਲੂਇਆ, ਹਾਲੇਲੂਇਆ। ਯਾਨੀ ਕਿ ਖੁਦਾ ਨੂੰ ਵੀ ਉਹ ਢੀਠ ਲੋਕ ਪਸੰਦ ਨੇ ਜਿਹੜੇ ਖਟਖਟਾਈ ਜਾ ਰਹੇ, ਖਟਖਟਾਈ ਜਾ ਰਹੇ, ਖਟਖਟਾਈ ਜਾ ਰਹੇ। ਖੁਦਾ ਦੇ, ਪ੍ਰਭੂ ਦੇ, ਯਿਸੂ ਚਾਹੀਦਾ, ਪ੍ਰਭੂ ਚਾਹੀਦਾ, ਜਿਹੜੇ ਢੀਠ ਹੋ ਕੇ ਖੜੇ ਨੇ, ਲੱਗੇ ਹੋਏ ਨੇ, ਹਟਦੇ ਨਹੀਂ ਹੈਗੇ। 2 ਦਿਨ ਹੋ ਗਿਆ, 4 ਦਿਨ, ਹਫਤਾ, 10 ਦਿਨ, ਮਹੀਨਾ ਹੋ ਗਿਆ, ਇਹ ਤਾਂ ਮੰਗਣ ਤੋਂ ਹਟਦੇ ਹੀ ਨਹੀਂ, ਇਹ ਤਾਂ ਪ੍ਰਾਰਥਨਾ ਜੋ ਜਵਾਬ ਹੀ ਨਹੀਂ ਦਿੰਦੇ। ਹਾਲੇਲੂਇਆ। ਬੇਸ਼ੱਕ ਦੋਸਤ ਹੋਣ ਦੇ ਨਾਤੇ ਨਹੀਂ ਦੇਗਾ, ਪਰ ਉਸ ਢੀਠਪੁਣੇ ਦੇ ਕਾਰਨ ਉੱਠ ਕੇ ਉਹਨੂੰ ਬੋਲੋ ਦੇਵੇਗਾ। ਤੇ ਖੁਦਾ ਨੂੰ ਵੀ ਉਹ ਢੀਠ ਹੋਣਾ ਚਾਹੀਦਾ, ਪ੍ਰਭੂ ਨੂੰ ਵੀ ਉਹ ਢੀਠ ਲੋਕ ਚਾਹੀਦੇ ਨੇ ਜਿਹੜੇ ਖੁਦਾ ਦੇ ਅੱਗੇ ਬਸ ਪ੍ਰਭੂ ਅਸੀਂ ਤਾਂ ਤੈਨੂੰ ਜੀਵਨ ਦੇਤਾ ਤਾਂ ਦੇਤਾ, ਹੁਣ ਮੰਗਣਾ ਤੇ ਇੱਥੋਂ ਬਸ ਮੰਗਣਾ ਹੀ ਆ। ਚਾਹੀਦਾ ਖੁਦਾ ਸਾਨੂੰ ਚਾਹੀਦਾ ਹੀ ਆ। ਹਾਲੇਲੂਇਆ, ਹਾਲੇਲੂਇਆ। ਬੇਸ਼ੱਕ ਖੁਦਾ ਤੁਹਾਨੂੰ ਨਾ ਦੇਣਾ ਚਾਹੁੰਦਾ ਹੋਵੇ ਵੀ ਚੱਲ ਕੋਈ ਨਹੀਂ, ਵੀ ਛੱਡ ਇਹਨੂੰ ਨਹੀਂ ਦਿੰਦੇ, ਜਾਂ ਇਹ ਤੋਂ ਸੰਭਾਲਿਆ ਨਹੀਂ ਜਾਣਾ, ਜਾਂ ਇਹਦੇ ਵੱਸ ਦਾ ਰੋਗ ਨਹੀਂ, ਪਰ ਜਦੋਂ ਅਸੀਂ ਢੀਠ ਹੋ ਕੇ ਖੜ ਜਾਾਂਗੇ ਤੇ ਖੁਦਾ ਸਾਨੂੰ ਦੇਵੇਗਾ ਹੀ ਦੇਵੇਗਾ। ਹਾਲੇਲੂਇਆ। ਫਿਰ ਸਾਡੀ ਦੁਆਈ ਉਸ ਖੁਦਾ ਤੱਕ ਪਹੁੰਚੇਗੀ ਹੀ ਪਹੁੰਚੇਗੀ, ਸਾਡਾ ਗਿੜਗਿੜਾਉਣਾ ਉਸ ਖੁਦਾ ਤੱਕ ਪਹੁੰਚੇਗਾ ਹੀ ਪਹੁੰਚੇਗਾ, ਕਿਉਂਕਿ ਅਸੀਂ ਢੀਠ ਹੋ ਕੇ ਬੈਠ ਗਿਆਂਗੇ। ਢੀਠ ਹੋ ਕੇ ਵਚਨ ਪੜ੍ਹਦੇ ਪੜ੍ਹੀ ਹੋ ਜਾਂਦੇ ਆ, ਢੀਠ ਹੋ ਗਏ, ਪ੍ਰਾਰਥਨਾ ਕਰੀ ਜਾਂਦੇ ਆ, ਢੀਠ ਹੋ ਗਏ। ਹਾਲੇਲੂਇਆ। ਪਰ ਸ਼ੈਤਾਨ ਨੂੰ ਵੀ ਮੌਕਾ ਨਹੀਂ ਮਿਲਣਾ, ਸ਼ੈਤਾਨ ਨੂੰ ਵੀ ਮੌਕਾ ਨਹੀਂ ਮਿਲਣਾ ਡਿਸਟਰਬ ਕਰਨ ਦਾ। ਪ੍ਰਭੂ ਕਹਿੰਦਾ ਮੇਰੇ ਦਾਸ ਅਯੂਬ ਨੂੰ ਦੇਖਿਆ, ਸ਼ੈਤਾਨ ਨੂੰ ਕਹਿੰਦਾ ਮੇਰੇ ਦਾਸ ਅਯੂਬ ਨੂੰ ਦੇਖਿਆ, ਕਹਿੰਦਾ ਮੈਂ ਕਿਵੇਂ ਦੇਖਿਆ, ਤੂੰ ਤਾਂ ਉਹਦੇ ਦੁਆਲੇ ਕੀ ਕਰ ਰੱਖਿਆ, ਸਵਰਗਦੂਤਾਂ ਦੀ ਬਾੜ ਲਗਾ ਰੱਖਿਆ, ਮੈਂ ਉਹਦੇ ਵੱਲ ਦੇਖ ਹੀ ਨਹੀਂ ਸਕਦਾ। ਜਦੋਂ ਢੀਠ ਹੋ ਜਾਗੇ ਉਸ ਖੁਦਾ ਦੇ ਅੱਗੇ ਤੇ ਖੁਦਾ ਆਪਣੇ ਦੂਤਾਂ ਦੀ ਬਾੜ ਲਗਾਏਗਾ, ਸ਼ੈਤਾਨ ਸਾਡੇ ਅੰਦਰ ਕੰਮ ਕਰਨਾ ਤਾਂ ਦੂਰ ਦੀ ਗੱਲ ਆ, ਸਾਡੇ ਵੱਲ ਦੇਖ ਵੀ ਨਹੀਂ ਸਕੇਗਾ। ਹਾਲੇਲੂਇਆ, ਹਾਲੇਲੂਇਆ। ਪਰ ਉਸ ਦੇ ਲਈ ਸਾਨੂੰ ਚੁੱਪਚਾਪ ਨਹੀਂ ਬੈਠਣਾ, ਸਾਨੂੰ ਪੁਕਾਰਨਾ ਪਵੇਗਾ, ਬੋਲਣਾ ਪਵੇਗਾ, ਗਿੜਗਿੜਾਣਾ ਵੀ ਸੁਣਿਆ ਜਾਏਗਾ, ਦੁਹਾਈ ਵੀ ਸੁਣੀ ਜਾਏਗੀ, ਪਰ ਮੰਗਣਾ ਕਿਸ ਤਰ੍ਹਾਂ ਗਾ, ਇਸ ਦੋਸਤ ਦੀ ਤਰ੍ਹਾਂ ਮੰਗਣਾਗਾ। ਢੀਠ ਹੋ ਕੇ ਪ੍ਰਭੂ ਕਹਿੰਦਾ ਖਟਖਟਾਓ, ਤੁਹਾਡੇ ਲਈ ਮੰਗੋ ਦਿਆ ਜਾਏਗਾ, ਖਟਖਟਾਓ ਤੋਂ ਖਟਖਟਾਉਂਦੇ ਰਹੋ ਉਸ ਖੁਦਾ ਦੀ। ਕਿ ਪ੍ਰਭੂ ਚੰਗਿਆਈ ਚਾਹੀਦੀ, ਚੰਗਿਆਈ ਦਾ ਦਰਵਾਜ਼ਾ ਖਟਕਾਈ ਜਾਓਗੇ, ਖੁਦਾ ਦੇਵੇਗਾ ਹੀ ਦੇਵੇਗਾ। ਹਾਲੇਲੂਇਆ। ਬਰਕਤ ਦਾ ਦਰਵਾਜ਼ਾ ਖਟਖਟਾ ਰਿਹਾ, ਕਿਉਂਕਿ ਖੁਦਾ ਨੇ ਕਿਹਾ ਖਟਖਟਾਓਗੇ ਤੁਹਾਡੇ ਲਈ ਖੋਲਿਆ ਜਾਏਗਾ। ਹਾਲੇਲੂਇਆ। ਜਦੋਂ ਖਟਖਟਾਉਂਦੇ ਰਵਾਂਗੇ, ਮੰਗਦੇ ਰਵਾਂਗੇ, ਢੀਠ ਹੋ ਕੇ ਬੈਠ ਜਾਵਾਂਗੇ ਖੁਦਾ ਦੇ ਅੱਗੇ ਤੇ ਖੁਦਾ ਕਰੇਗਾ ਹੀ ਕਰੇਗਾ। ਹਾਲੇਲੂਇਆ, ਹਾਲੇਲੂਇਆ। ਉਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ? ਸਭ ਤੋਂ ਪਹਿਲੀ ਗੱਲ, ਅਸੀਂ ਚੁੱਪਚਾਪ ਨਹੀਂ ਬੈਠਣਾ ਜੋ ਖੁਦਾ ਦੀ ਦਾਸ ਦੀ ਕੋਲੋਂ ਅਸੀਂ ਵਚਨ ਦੇ ਦੁਆਰਾ ਸੁਣਿਆ। ਔਰ ਦੂਸਰੀ ਗੱਲ ਜੋ ਖੁਦਾ ਦੇ ਵਚਨ 'ਚ ਲਿਖਿਆ, ਸਾਨੂੰ ਮੰਗਣਾ, ਲਿਖਿਆ ਮੰਗਣਾ ਪਵੇਗਾ, ਖਟਖਟਾਣਾ ਪਵੇਗਾ। ਫਿਰ ਉਧਰ ਦਾਊਦ ਕਹਿ ਰਿਹਾ ਨਾ, ਮੈਂ ਦੁਹਾਈਆਂ ਪ੍ਰਭੂ ਤੇਰੇ ਤੱਕ ਦੁਹਾਈਆਂ ਪਹੁੰਚਣ, ਤੇਰੇ ਤੱਕ ਗਿੜਗਿੜਾਉਣਾ ਪਹੁੰਚੇ। ਫਿਰ ਜਦੋਂ ਖਟਖਟਾਉਂਦੇ ਰਵਾਂਗੇ, ਮੰਗਦੇ ਰਵਾਂਗੇ ਤੇ ਖੁਦਾ ਤੱਕ ਪਹੁੰਚੇਗਾ। ਹਾਲੇਲੂਇਆ। ਫਿਰ ਉੱਤਰ ਪਤਾ ਕਿਵੇਂ ਮਿਲੇਗਾ? ਆइए ਇੱਕ ਵਚਨ ਹੋਰ ਪੜ੍ਹਦੀ ਹੈ ਪ੍ਰਭੂ ਦੀ ਬਾਣੀ ਦੇ ਵਿੱਚੋਂ, 120 ਅਧਿਆਏ, ਜ਼ਬੂਰ 120 ਉਹਦੇ ਪਹਿਲੇ ਵਚਨ ਨੂੰ ਪੜ੍ਹਦੀ ਹੈ। ਆਪਣੇ ਬਿਪਤਾ ਦੇ ਦਿਨ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ। और फिर उत्तर मिलेगा। दाऊद कहता मैं अपने संकट के समय, दुख के दिन परमेश्वर ਨੂੰ ਪੁਕਾਰਿਆ ਤੇ परमेश्वर ने मेरी सुन ਲਈ। हिंदी ਦੇ ਵਿੱਚ ਲਿਖਿਆ, संकट के समय मैंने यहोवा को पुकारा और उसने मेरी सुन ਲਈ। यानी कि पुकारना पवेगा फिर सुनी जाएगी। उन्हें ये नहीं कहा परमेश्वर ने मेरी सुन ली, कहता मैंने खुदा को पुकारा और खुदा ने मेरी सुन ली। मैं मंगया ते परमेश्वर ने मैनू दे दिता, मैं खटखटाया ते परमेश्वर ने मेरे लिए खोल दिता। हालेलुया। मैं ढीठ बन के खड़ा हो गया और मेरे खुदा ने मेरे लिए कर दिता। हालेलुया, हालेलुया। इस करके मेरे भैन भरावो, असी कदे भी कमजोर नहीं पैना, असी ढीले नहीं पैनागा, असी चुपचाप नहीं रहनागा, असी उस खुदा नू पुकारदे रहनागा। और जदों पुकारदे रहांगे ते परमेश्वर साडे लई करेगा ही करेगा, खुदा सानू देवेगा ही देवेगा। और वचन दे विच देखदे असी 5 तरह दी बरकतां दा खुदा जिक्र करदा है। हालेलुया। किन्नियां बरकतां दा?
ਪੰਜ ਤਰ੍ਹਾਂ ਦੀਆਂ ਬਰਕਤਾਂ ਦਾ ਜ਼ਿਕਰ ਕਰਦਾ ਤੇ ਜਦੋਂ ਖੁਦਾ ਦੇ ਅੱਗੇ ਲੱਗੇ ਰਵਾਂਗੇ, ਖੜੇ ਰਵਾਂਗੇ ਤੇ ਉਹ ਖੁਦਾ ਪੰਜ ਤਰ੍ਹਾਂ ਦੀਆਂ ਬਰਕਤਾਂ ਸਾਡੀ ਜ਼ਿੰਦਗੀ 'ਚ ਦੇਵੇਗਾ। ਹਾਲੇਲੂਇਆ। ਉਹ ਬਰਕਤਾਂ ਕਿਹੜੀਆਂ ਨੇ? ਸਭ ਤੋਂ ਪਹਿਲਾਂ ਖੁਦਾ ਸਾਨੂੰ ਆਤਮਿਕ ਬਰਕਤਾਂ ਦੇਵੇਗਾ। ਕਿਹੜੀਆਂ ਬਰਕਤਾਂ? ਆਤਮਿਕ ਬਰਕਤਾਂ। ਆਤਮਾ ਦੇ ਫਲ ਦੇਗਾ, ਆਤਮਾ ਦੇ ਵਰਦਾਨ ਦੇਗਾ, ਆਤਮਾ ਦਾ ਅਭਿਸ਼ੇਕ ਦੇਗਾ, ਸਾਨੂੰ ਖੁਦਾ ਭਰ ਦੇਗਾ। ਹਾਲੇਲੂਇਆ। ਔਰ ਖੁਦਾ ਸਰੀਰਕ ਬਰਕਤਾਂ ਵੀ ਦੇਗਾ। ਤੰਦਰੁਸਤੀਆਂ ਬਣੀਆਂ ਰਹਿਣਗੀਆਂ, ਬਿਮਾਰੀਆਂ ਜਾਣਗੀਆਂ, ਬਦਕਾਰੀਆਂ ਜਾਣਗੀਆਂ, ਚੰਗੇ ਰਵਾਂਗੇ, ਠੀਕ ਠਾਕ ਰਵਾਂਗੇ। ਹਾਲੇਲੂਇਆ, ਹਾਲੇਲੂਇਆ। ਆਤਮਿਕ ਬਰਕਤਾਂ ਉਹ ਖੁਦਾ ਦੇਗਾ, ਸਰੀਰਕ ਬਰਕਤਾਂ ਉਹ ਖੁਦਾ ਦੇਗਾ ਔਰ ਮਾਨਸਿਕ ਬਰਕਤਾਂ ਵੀ ਖੁਦਾ ਦੇਗਾ। ਅਸੀਂ ਸਾਡੇ ਚ ਕਈ ਵਾਰ ਕੀ ਹੁੰਦਾਗਾ, ਦਿਮਾਗ ਵਿੱਚ ਬੜਾ ਬੋਝ ਹੁੰਦਾ, ਬੜੀ ਚਿੰਤਾ ਹੁੰਦੀ, ਬੱਚਿਆਂ ਨੂੰ ਲੈ ਕੇ, ਇਹਨੂੰ ਲੈ ਕੇ, ਉਹਨੂੰ ਲੈ ਕੇ, ਕਿ ਉਹ ਖੁਦਾ ਮਾਨਸਿਕ ਬਰਕਤਾਂ ਵੀ, ਮਨ ਦੀਆਂ ਬਰਕਤਾਂ ਵੀ ਸਾਨੂੰ ਫਿਰ ਦੇਵੇਗਾ। ਹਾਲੇਲੂਇਆ। ਖੁਦਾ ਆਰਥਿਕ ਬਰਕਤਾਂ ਦੇਵੇਗਾ। ਸਾਡੇ ਹਾਲਾਤ ਬੜੇ ਵਧੀਆ ਰਹਿਣਗੇ। ਇਹ ਨਹੀਂ ਵੀ ਗਰੀਬੀ ਕਾਰਨ ਆਏ ਹੋ ਗਿਆ, ਆ ਹੋ ਗਿਆ, ਖਾਣ ਨੂੰ ਰੋਟੀ ਨਹੀਂ, ਦਾਣੇ ਨਹੀਂ, ਇਹ ਨਹੀਂ, ਉਹ ਨਹੀਂ। ਖੁਦਾ ਫਿਰ ਸਾਨੂੰ ਆਰਥਿਕ ਬਰਕਤਾਂ ਵੀ ਦੇਵੇਗਾ। ਸਾਡੇ ਆਰਥਿਕ ਹਾਲਾਤ ਬੜੇ ਵਧੀਆ ਰਹਿਣਗੇ। ਹਾਲੇਲੂਇਆ। ਫਿਰ ਖੁਦਾ ਸਮਾਜਿਕ ਬਰਕਤਾਂ ਵੀ ਦੇਵੇਗਾ। ਸਮਾਜ ਦੇ ਵਿੱਚ, ਪਿੰਡ ਦੇ ਵਿੱਚ ਵੀ ਸਾਡਾ ਅੱਛਾ ਬੋਲਬਾਲਾ ਹੋਵੇਗਾ। ਬੜੇ ਲੋਕ ਕਹਿਣਗੇ ਯਾਰ ਆਹ ਮੁੰਡਾ ਬੜਾ ਵਧੀਆ, ਆਹ ਭੈਣ ਬੜੀ ਵਧੀਆ ਕਿ ਚਰਚ 'ਚ ਜਾਂਦੀ ਆ, ਪ੍ਰਾਰਥਨਾ ਕਰਦੀ ਆ, ਹਨਾ, ਕਿਉਂਕਿ ਸਾਡਾ ਬਦਲਿਆ ਹੋਇਆ ਜੀਵਨ ਉਹਨਾਂ ਨੂੰ ਨਜ਼ਰ ਆਏਗਾ। ਹਾਲੇਲੂਇਆ। ਇਸ ਕਰਕੇ ਉਹ ਖੁਦਾ ਇਹ ਪੰਜੋ ਬਰਕਤਾਂ ਸਾਡੀ ਜ਼ਿੰਦਗੀ 'ਚ ਦੇਵੇਗਾ। ਮਾਨਸਿਕ ਬਰਕਤਾਂ, ਸਰੀਰਕ ਬਰਕਤਾਂ, ਆਰਥਿਕ ਬਰਕਤਾਂ ਔਰ ਆਤਮਿਕ ਬਰਕਤਾਂ ਉਹ ਖੁਦਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਦੇਵੇਗਾ। ਹਾਲੇਲੂਇਆ। ਸੋ ਇਸ ਵਚਨ ਦੇ ਦੁਆਰਾ ਖੁਦਾ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਆइए ਅਸੀਂ ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਜਿੰਦਾ ਪਵਿੱਤਰ ਪਰਮੇਸ਼ਰ ਦੇ ਅੱਗੇ ਝੁਕਾਵਾਂਗੇ ਔਰ ਆइए ਅਸੀਂ ਪ੍ਰਾਰਥਨਾ ਕਰਾਂਗੇ ਇਸ ਪ੍ਰਭੂ। Thank you, Lord.